ਹੈਲੋ एवरीवन ਵੈਲਕਮ ਟੂ CBC ਅਕੈਡਮੀ ਅਬੋਹਰ। ਮੈਂ ਹਾरून ਤਨੇਜਾ ਅਤੇ ਆਪਾਂ ਕੰਟੀਨਿਊ ਕਰਾਂਗੇ ਆਪਣਾ ਹਿਸਟਰੀ ਦੇ ਟੌਪ 500 ਕੁਐਸਚਨ ਦੀ ਸੀਰੀਜ਼। ਅਤੇ ਆਪਾਂ ਬਹੁਤ ਹੀ ਇੰਪੋਰਟੈਂਟ ਟੌਪਿਕ ਕਰ ਰਹੇ ਹਾਂ, ਜਿਵੇਂ ਕਿ ਆਪਾਂ ਪੜ੍ਹਿਆ ਸੀਗਾ ਨਾਨ ਕਾਰਪੋਰੇਸ਼ਨ ਮੂਵਮੈਂਟ ਬਾਰੇ, ਖੇੜਾ ਸੱਤਿਆਗ੍ਰਹਿ ਬਾਰੇ, ਚੰਪਾਰਨ ਸੱਤਿਆਗ੍ਰਹਿ ਬਾਰੇ, ਅਹਿਮਦਾਬਾਦ ਮਿਲ ਸਟ੍ਰਾਈਕ ਬਾਰੇ, ਖਿਲਾਫਤ ਨਾਨ ਕਾਰਪੋਰੇਸ਼ਨ ਮੂਵਮੈਂਟ ਬਾਰੇ ਆਪਾਂ ਪੂਰੀ ਡਿਟੇਲ ਦੇ ਵਿੱਚ ਪੜ੍ਹਿਆ ਸੀ। ਠੀਕ ਹੈ ਜੀ। ਸੋ ਆਪਣਾ ਜੋ ਫਰਦਰ ਅੱਗੇ ਟੌਪਿਕ ਬਣਦਾ ਕਿ ਫਾਰਮੇਸ਼ਨ ਆਫ ਸਵਰਾਜ ਪਾਰਟੀ, ਉਸ ਤੋਂ ਬਾਅਦ ਸਾਈਮਨ ਕਮਿਸ਼ਨ ਅਤੇ ਸਿਵਲ ਡਿਸਓਬੀਡੀਐਂਸ ਮੂਵਮੈਂਟ ਵੱਲ ਆਪਾਂ ਮੂਵ ਕਰਾਂਗੇ। ਅਤੇ ਰੈਵੋਲੂਸ਼ਨਰੀ ਮੂਵਮੈਂਟਸ ਆਪਾਂ ਪੜ੍ਹ ਲਈਆਂ ਸੀ ਆਲਰੇਡੀ, ਜੋ ਕਿ ਆਪਣੇ ਹੁਣ ਆਉਣੀਆਂ ਸੀਗੀਆਂ। ਠੀਕ ਹੈ। ਮਤਲਬ ਜਦੋਂ ਨਾਨ ਕਾਰਪੋਰੇਸ਼ਨ ਮੂਵਮੈਂਟ ਖਤਮ ਹੁੰਦੀ ਹੈ, ਮਤਲਬ ਕਾਲਡ ਆਫ ਕੀਤੀ ਜਾਂਦੀ ਹੈ, ਤਾਂ ਰੈਵੋਲੂਸ਼ਨਰੀ ਮੂਵਮੈਂਟ ਦਾ ਵੀ ਟਰੈਂਡ ਆਉਂਦਾ, ਉਹ ਆਪਾਂ ਆਲਰੇਡੀ ਪ੍ਰੀਵੀਅਸ ਲੈਕਚਰਸ ਦੇ ਵਿੱਚ ਕਰ ਚੁੱਕੇ ਹਾਂ। ਠੀਕ ਹੈ ਜੀ। ਸੋ ਆਪਾਂ ਹੁਣ ਅੱਗੇ ਮੂਵ ਕਰਦੇ ਹਾਂ। ਹਾਂਜੀ, ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦੇ, ਜੋ ਵੀ ਆਪਣੀ ਕੁਐਰੀਜ਼ ਹੈ ਤੁਸੀਂ ਪੁੱਛ ਸਕਦੇ ਹੋ, ARNTANEJ07 'ਤੇ। ਠੀਕ ਹੈ। ਸੋ ਹੁਣ ਆਪਾਂ ਅੱਗੇ ਮੂਵ ਕਰਦੇ ਹਾਂ। ਪਹਿਲਾ ਕੁਐਸਚਨ ਪੜ੍ਹਦੇ ਹਾਂ ਆਪਣਾ ਅੱਜ ਦਾ। ਸੋ ਆਪਣਾ ਪਹਿਲਾ ਕੁਐਸਚਨ ਹੈਗਾ, ਦ ਟਾਈਟਲ ਗਿਵਨ ਬਾਏ ਦ ਬ੍ਰਿਟਿਸ਼ ਗੌਰਮੈਂਟ ਟੂ ਮਹਾਤਮਾ ਗਾਂਧੀ ਵਿਚ ਹੀ ਸਰੈਂਡਰ ਡਿਊਰਿੰਗ ਦ ਨਾਨ ਕਾਰਪੋਰੇਸ਼ਨ ਮੂਵਮੈਂਟ ਵਾਸ। ਸੋ ਮਹਾਤਮਾ ਗਾਂਧੀ ਨੇ ਆਪਣਾ ਇੱਕ ਟਾਈਟਲ ਗਿਵ ਅਪ ਕੀਤਾ ਸੀਗਾ। ਜਿਵੇਂ ਤੁਸੀਂ ਜੇ ਅਗਰ ਪ੍ਰੀਵੀਅਸ ਲੈਕਚਰ ਵੇਖਿਆ ਹੋਊਗਾ ਤਾਂ ਉਹਦੇ ਵਿੱਚ ਆਪਾਂ ਪੜ੍ਹਿਆ ਸੀਗਾ, ਰਵਿੰਦਰ ਨਾਥ ਟੈਗੋਰ ਨੇ ਵੀ ਆਪਣਾ ਨਾਈਟਨਹੁੱਡ ਦਾ ਟਾਈਟਲ ਜਲਿਆਂਵਾਲਾ ਬਾਗ ਮੈਸਕਰੈਂਸ ਦੇ ਅਗੇਂਸਟ ਗਿਵ ਅਪ ਕੀਤਾ ਸੀ, ਮਤਲਬ ਛੱਡਿਆ ਸੀਗਾ। ਠੀਕ ਹੈ, ਬਹਿਸ਼ਕਾਰ ਕੀਤਾ ਸੀ ਆਪਣੇ ਟਾਈਟਲ ਦਾ। ਠੀਕ ਹੈ। ਉਸੇ ਤਰ੍ਹਾਂ ਮਹਾਤਮਾ ਗਾਂਧੀ ਨੇ ਆਪਣੇ ਟਾਈਟਲ ਦਾ ਡਿਊਰਿੰਗ ਦੀ ਟਾਈਮ ਆਫ ਨਾਨ ਕਾਰਪੋਰੇਸ਼ਨ ਮੂਵਮੈਂਟ ਆਪਣੇ ਟਾਈਟਲ ਦਾ ਬਹਿਸ਼ਕਾਰ ਕੀਤਾ ਸੀ। ਹੁਣ ਆਪਣੇ ਕੋਲ ਪੁੱਛਿਆ ਗਿਆ ਕਿਹੜਾ ਟਾਈਟਲ ਦਿੱਤਾ ਗਿਆ ਸੀ ਮਹਾਤਮਾ ਗਾਂਧੀ ਨੂੰ, ਤਾਂ ਆਪਣਾ ਆਨਸਰ ਆ ਜਾਊਗਾ ਕੇਸਰੀ ਹਿੰਦ ਦਾ ਟਾਈਟਲ ਦਿੱਤਾ ਗਿਆ ਸੀਗਾ। ਠੀਕ ਹੈ। ਕੇਸਰੀ ਹਿੰਦ ਦਾ ਟਾਈਟਲ ਉਹਨਾਂ ਨੂੰ ਕਿਉਂ ਮਿਲਿਆ ਸੀਗਾ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ। ਮੈਨੂੰ ਕਮੈਂਟ ਸੈਕਸ਼ਨ ਦੱਸੋ ਵੀ ਕੇਸਰੀ ਹਿੰਦ ਦਾ ਟਾਈਟਲ ਮਹਾਤਮਾ ਗਾਂਧੀ ਨੂੰ ਕਿਉਂ ਮਿਲਿਆ ਸੀਗਾ। ਠੀਕ ਹੈ। ਸੋ ਕੇਸਰੀ ਹਿੰਦ ਦਾ ਟਾਈਟਲ ਉਹਨਾਂ ਨੇ ਨਾਨ ਕਾਰਪੋਰੇਸ਼ਨ ਮੂਵਮੈਂਟ ਦੀ ਸਪੋਰਟ ਦੇ ਵਿੱਚ ਉਹਨਾਂ ਨੇ ਗਿਵ ਅਪ ਕੀਤਾ ਸੀ, ਛੱਡਿਆ ਸੀਗਾ। ਠੀਕ ਹੈ। ਹੂ ਆਫ ਦਾ ਫੋਲੋਇੰਗ ਸਪੋਰਟਿਡ ਨਾਨ ਕਾਰਪੋਰੇਸ਼ਨ ਮੂਵਮੈਂਟ ਬਟ ਕੁਡ ਨਾਟ ਸੀ ਇਟ ਇਜ਼ ਦ ਰਿਜ਼ਲਟ। ਬਹੁਤ ਹੀ ਇੰਪੋਰਟੈਂਟ ਹੈਗਾ। ਜਦੋਂ ਨਾਨ ਕਾਰਪੋਰੇਸ਼ਨ ਮੂਵਮੈਂਟ ਸਟਾਰਟ ਹੋਣ ਤੋਂ ਪਹਿਲਾਂ ਹੀ ਬਾਲ ਗੰਗਾਧਰ ਤਿਲਕ ਦਾ ਨਿਧਨ ਹੋ ਗਿਆ ਸੀਗਾ, ਮਤਲਬ ਉਹਨਾਂ ਦੀ ਡੈਥ ਹੋ ਗਈ ਸੀਗੀ। ਸੋ ਸਟਾਰਟ ਤਾਂ ਹੋ ਗਈ ਸੀਗੀ ਆਲਮੋਸਟ, ਜਿਸ ਦਿਨ ਇਹਨਾਂ ਦੀ ਡੈਥ ਸੀਗੀ ਉਸੇ ਦਿਨ ਹੀ ਇਹਨਾਂ ਨੇ ਨਾਨ ਕਾਰਪੋਰੇਸ਼ਨ ਮੂਵਮੈਂਟ ਡਿਕਲੇਅਰ ਕਰਤੀ ਸੀ ਕਾਂਗਰਸ ਨੇ, ਅਪ੍ਰੈਲ 1920 ਦੇ ਵਿੱਚ। ਠੀਕ ਹੈ ਜੀ। ਕਰਨੀ ਤਾਂ ਇਹਨਾਂ ਦੇ ਦਸੰਬਰ ਦੇ ਵਿੱਚ ਸੀਗੇ, ਪਰ ਉਹਨਾਂ ਨੇ ਪਹਿਲਾਂ ਹੀ ਕਰਤੀ ਸੀਗੀ। ਅਪ੍ਰੈਲ 1920 ਦੇ ਵਿੱਚ ਇਹਨਾਂ ਦੀ ਡੈਥ ਹੋਈ ਸੀਗੀ ਬਾਲ ਗੰਗਾਧਰ ਤਿਲਕ ਦੀ। ਤਾਂ ਬਾਲ ਗੰਗਾਧਰ ਤਿਲਕ ਦੇ ਨਾਲ ਕਿਹੜੀਆਂ ਚੀਜ਼ਾਂ ਜੁੜੀਆਂ ਹੋਈਆਂ, ਇੱਕ ਤਾਂ ਮਰਾਠਾ ਅਤੇ ਕੇਸਰੀ ਇਹਨਾਂ ਦਾ ਨਿਊਜ਼ਪੇਪਰ ਸੀਗਾ ਬਾਲ ਗੰਗਾਧਰ ਤਿਲਕ ਦਾ। ਠੀਕ ਹੈ ਜੀ। ਸੋ ਸੈਕਿੰਡ ਮੋਸਟ ਇੰਪੋਰਟੈਂਟ ਕੀ ਚੀਜ਼ ਹੋ ਗਈ ਹੈ, ਹੋਮ ਰੂਲ ਲੀਗ ਮੂਵਮੈਂਟ ਇਹਨਾਂ ਨੇ ਸਟਾਰਟ ਕੀਤੀ ਸੀਗੀ। ਸਵਰਾਜ ਇਜ਼ ਮਾਈ ਬਰਥ ਰਾਈਟ ਦੇ ਜਿਹੜਾ ਸਲੋਗਨ ਹੈਗਾ ਉਹ ਵੀ ਇਹਨਾਂ ਨੇ ਦਿੱਤਾ ਸੀਗਾ। ਠੀਕ ਹੈ ਜੀ। ਸੋ ਇਹ ਸਾਰੀਆਂ ਗੱਲਾਂ ਬਾਲ ਗੰਗਾਧਰ ਤਿਲਕ ਦੇ ਨਾਲ ਜੁੜੀਆਂ ਹੋਈਆਂ। ਸੋ ਇਹਨਾਂ ਨੂੰ 6 ਸਾਲ ਦੀ ਸਜ਼ਾ ਵੀ ਹੋਈ ਸੀਗੀ 1908 ਤੋਂ ਲੈ ਕੇ 1914 ਤੱਕ। ਸੋ ਇਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ। ਠੀਕ ਹੈ। ਅਤੇ ਮਹਾਤਮਾ ਗਾਂਧੀ ਦੇ ਨਾਲ ਕੀ ਜੁੜਿਆ ਹੋਇਆ ਆਪਣਾ, ਸਭ ਤੋਂ ਪਹਿਲਾਂ ਚੰਪਾਰਨ ਸੱਤਿਆਗ੍ਰਹਿ, ਫਿਰ ਅਹਿਮਦਾਬਾਦ ਮਿਲ ਸਟ੍ਰਾਈਕ, ਫਿਰ ਆ ਜਾਊਗਾ ਆਪਣਾ ਖੇੜਾ ਸੱਤਿਆਗ੍ਰਹਿ, ਫਿਰ ਆ ਜਾਊਗਾ ਰੋਲਟੈਕ ਸੱਤਿਆਗ੍ਰਹਿ, ਫਿਰ ਆ ਜਾਊਗੀ ਨਾਨ ਕਾਰਪੋਰੇਸ਼ਨ ਮੂਵਮੈਂਟ, ਫਿਰ ਆ ਜੂ ਸਿਵਲ ਡਿਸਓਬੀਡੀਐਂਸ ਮੂਵਮੈਂਟ, ਫਿਰ ਆ ਜਾਊਗੀ ਕੁਇਟ ਇੰਡੀਆ ਮੂਵਮੈਂਟ। ਸੋ ਇਹ ਸਾਰੀਆਂ ਚੀਜ਼ਾਂ ਮਹਾਤਮਾ ਗਾਂਧੀ ਦੇ ਨਾਲ ਜੁੜੀਆਂ ਹੋਈਆਂ। ਠੀਕ ਹੈ। ਇੱਕ ਇਹਨਾਂ ਨੇ ਕਾਂਗਰਸ ਦਾ ਸੈਸ਼ਨ ਵੀ ਪ੍ਰਜ਼ਾਈਡ ਕੀਤਾ ਸੀਗਾ ਮਹਾਤਮਾ ਗਾਂਧੀ ਨੇ, ਉਹਦਾ ਨਾਮ ਕੀ ਹੈਗਾ, ਬੇਲਗਮ ਸੈਸ਼ਨ, ਜੋ ਕਿ 1924 ਦੇ ਵਿੱਚ ਹੋਇਆ ਸੀਗਾ। ਇੱਕੋ ਹੀ ਸੈਸ਼ਨ ਹੈ ਜੋ ਮਹਾਤਮਾ ਗਾਂਧੀ ਨੇ ਹੈਡ ਕੀਤਾ ਸੀ, ਲੀਡ ਕੀਤਾ ਸੀਗਾ। ਠੀਕ ਹੈ। ਸੋ ਇਹ ਸਾਰੀਆਂ ਗੱਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਣੀਆਂ ਚਾਹੀਦੀਆਂ, ਐਗਜ਼ਾਮ ਪਰਸਪੈਕਟਿਵ ਤੋਂ ਬਹੁਤ ਹੀ ਇੰਪੋਰਟੈਂਟ ਹੈਗੀਆਂ। ਠੀਕ ਹੈ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਦਾ ਚੋਰਾ ਚੋਰੀ ਐਪੀਸੋਡ ਟੁਕ ਪਲੇਸ ਔਨ। ਜਿਹੜਾ ਚੋਰਾ ਚੋਰੀ ਮੂਵਮੈਂਟ ਦਾ ਐਪੀਸੋਡ ਹੈਗਾ ਉਹ ਕਦੋਂ ਹੋਇਆ ਸੀਗਾ, ਤਾਂ ਆਪਣਾ ਆਨਸਰ ਆ ਜਾਊਗਾ 4 ਫੈਬਰਰੀ 1922 ਦੇ ਵਿੱਚ ਹੋਇਆ ਸੀਗਾ। ਪ੍ਰੀਸਾਈਜ਼ ਡੇਟ ਵੀ ਪੁੱਛ ਲਈਆਂ ਜਾਂਦੀਆਂ ਹੁੰਦੀਆਂ ਆਪਾਂ ਨੂੰ। ਕਦੋਂ ਹੋਇਆ ਸੀਗਾ, 4 ਫੈਬਰਰੀ 1922। ਆਪਾਂ ਕੱਲ੍ਹ ਵੀ ਸਮਝਾਇਆ ਸੀਗਾ ਵੀ ਹੁਣ ਜਦੋਂ ਨਾਨ ਕਾਰਪੋਰੇਸ਼ਨ ਮੂਵਮੈਂਟ ਸਟਾਰਟ ਹੋਈ ਸੀਗੇ ਐਜ਼ ਏ ਨੋਨ ਵਾਇਲੈਂਟ ਮੂਵਮੈਂਟ ਸਟਾਰਟ ਹੋਈ ਸੀਗੀ। ਮਤਲਬ ਗਾਂਧੀ ਜੀ ਦਾ ਮੇਨ ਏਮ ਸੀਗਾ ਵੀ ਆਪਾਂ ਵਾਇਲੈਂਟ ਨਹੀਂ ਕਰਨੀ ਹੈ, ਵਾਇਲੈਂਸ ਨਹੀਂ ਕਰਨੀ ਹੈ, ਆਪਾਂ ਪਿਆਰ ਦੇ ਨਾਲ, ਸ਼ਾਂਤੀ ਦੇ ਨਾਲ ਆਪਾਂ ਮੂਵਮੈਂਟ ਨੂੰ ਪ੍ਰੋਸੀਡ ਕਰਨਾ, ਮੂਵਮੈਂਟ ਅੱਗੇ ਵਧਾਉਣੀ ਹੈ। ਠੀਕ ਹੈ ਜੀ। ਕਿਉਂਕਿ ਗਾਂਧੀ ਜੀ ਨੂੰ ਪਤਾ ਸੀਗੀ ਵੀ ਅਗਰ ਆਪਾਂ ਵਾਇਲੈਂਸ ਦੇ ਨਾਲ ਅੱਗੇ ਮੂਵ ਕਰਾਂਗੇ ਤਾਂ ਅੰਗਰੇਜ਼ ਆਪਾਂ ਨੂੰ ਦਬਾ ਲੈਣਗੇ। ਆਪਣੇ ਕੋਲ ਇੰਨੀ ਮਤਲਬ ਕੀ ਕਹਿ ਸਕਦੇ ਹਾਂ, ਆਪਣੇ ਕੋਲ ਹਥਿਆਰ ਹੈ ਨਹੀਂ ਇੰਨੇ, ਆਪਣੇ ਕੋਲ ਟ੍ਰੇਨਡ ਮੈਨ ਪਾਵਰ ਹੈ ਨਹੀਂ ਗੀ, ਆਪਾਂ ਉਹਨਾਂ ਨੂੰ ਮਤਲਬ ਜਿੱਦ ਦੇ ਨਾਲ ਨਹੀਂ ਹਰਾ ਸਕਦੇ, ਨਾ ਪਾਵਰ ਦੇ ਨਾਲ ਹਰਾ ਸਕਦੇ, ਆਪਾਂ ਸਿਰਫ ਉਹਨਾਂ ਨੂੰ ਪੀਸਫੁਲ ਪ੍ਰੋਟੈਸਟ ਦੇ ਨਾਲ ਹੀ ਹਰਾ ਸਕਦੇ ਹਾਂ। ਠੀਕ ਹੈ। ਇਹ ਗਾਂਧੀ ਜੀ ਦੀ ਫਿਲਾਸਫੀ ਸੀਗੀ। ਤਾਂ ਉਹ ਚਾਹੁੰਦੇ ਸੀ ਕਿ ਵਾਇਲੈਂਸ ਨਾ ਕ੍ਰੀਏਟ ਹੋਵੇ। ਜਦੋਂ ਵਾਇਲੈਂਸ ਕ੍ਰੀਏਟ ਹੋਊਗੀ ਤਾਂ ਆਪਾਂ ਨੂੰ ਅੰਗਰੇਜ਼ ਨਾਲੋਂ ਨਾਲ ਚੱਕ ਲੈਣਗੇ। ਠੀਕ ਹੈ ਜੀ। ਕਿਉਂਕਿ ਉਹਨਾਂ ਕੋਲ ਪਾਵਰ ਸੀਗੀ ਉਸ ਟਾਈਮ 'ਤੇ ਆਪਣੇ 'ਤੇ ਰੂਲ ਕਰ ਰਹੇ ਸੀਗੇ। ਠੀਕ ਹੈ। ਤਾਂ ਉਹਨਾਂ ਨੇ ਸੋਚਿਆ ਸੀ ਕਿ ਪੀਸਫੁਲ ਪ੍ਰੋਟੈਸਟ ਹੋਊਗਾ ਨਾਨ ਕਾਰਪੋਰੇਸ਼ਨ ਮੂਵਮੈਂਟ, ਪਰ ਅੱਡ ਥਾਂ 'ਤੇ ਵਾਇਲੈਂਸ ਕ੍ਰੀਏਟ ਹੋਣ ਲੱਗ ਗਈ ਸੀ। ਜਿਵੇਂ ਕਿ ਮੋਪਲਾ ਰੈਬੇਲੀਅਨ ਦੀ ਗੱਲ ਕਰੀਏ, ਆਪਾਂ ਕੱਲ੍ਹ ਪੜ੍ਹਿਆ ਸੀ ਮੋਪਲਾ ਰੈਬੇਲੀਅਨ ਬਾਰੇ। ਤਾਂ ਮੋਪਲਾ ਰੈਬੇਲੀਅਨ 'ਚ ਕੀ ਹੋਇਆ ਸੀਗਾ,
ਕਮਿਊਨਲ ਵਾਇਲੈਂਸ ਦਾ ਫਾਰਮ ਲੈ ਲਈ ਸੀਗੀ ਮੋਪਲਾ ਰਿਬੇਲੀਅਨ ਨੇ। ਕਦੋਂ ਹੋਇਆ ਸੀ ਮੋਪਲਾ ਰਿਬੇਲੀਅਨ? 1921 ਦੇ ਵਿੱਚ। ਕਿੱਥੇ ਹੋਇਆ ਸੀ? ਕੇਰਲਾ ਦੇ ਵਿੱਚ, ਮਾਲਾਬਾਰ ਕੋਸਟ 'ਤੇ, ਠੀਕ ਹੈ ਜੀ। ਤਾਂ ਕਰਕੇ ਆਪਣੇ ਇੰਪੋਰਟੈਂਟ ਹੈਗਾ। ਉਸ ਤੋਂ ਬਾਅਦ ਜੋ ਮੇਜਰ ਈਵੈਂਟ ਹੋਇਆ ਉਹ ਹੋਇਆ ਸੀਗਾ ਚੋਰਾ ਚੋਰੀ ਇੰਸੀਡੈਂਟ, ਜੋ ਕਿ ਇਸ ਟਾਈਮ ਉੱਤਰ ਪ੍ਰਦੇਸ਼ ਦੇ ਵਿੱਚ ਹੈ। ਉੱਥੇ ਵੀ ਜਿਹੜੀ ਮੌਬ ਹੈਗੀ ਆ ਉਹਨੇ ਉੱਥੋਂ ਦਾ ਕੀ ਨਾਮ ਹੈ ਪੁਲਿਸ ਸਟੇਸ਼ਨ ਲੁੱਟ ਲਿਆ ਸੀਗਾ, ਹੋਰ ਬਹੁਤ ਤਰ੍ਹਾਂ ਦੀ ਵਾਇਲੈਂਸ ਕ੍ਰੀਏਟ ਹੋਈ ਸੀਗੀ। ਹੁਣ ਆਪਾਂ ਨੂੰ ਪੁੱਛ ਲਿਆ ਜਾਂਦਾ ਹੁੰਦਾ ਵੀ ਚੋਰਾ ਚੋਰੀ ਇੰਸੀਡੈਂਟ ਕਦੋਂ ਹੋਇਆ ਸੀ, ਤਾਂ ਆਪਣਾ ਆਨਸਰ ਆ ਜਾਊਗਾ 4 ਫੈਬਰਰੀ 1922। ਚੋਰਾ ਚੋਰੀ ਇੰਸੀਡੈਂਟ ਤੋਂ ਬਾਅਦ ਜਿਹੜੀ ਨੋਨ ਕਾਰਪੋਰੇਸ਼ਨ ਮੂਵਮੈਂਟ ਹੈ ਕੰਪਲੀਟਲੀ ਟਰਮੀਨੇਟ ਕਰ ਦਿੱਤੀ ਗਈ ਸੀ ਬਾਈ ਦੀ ਗਾਂਧੀ ਜੀ। ਪਰ ਉਹਨਾਂ ਨੇ ਕਿਹਾ ਸੀਗਾ ਸਵਰਾਜ ਇਨ 1 ਈਅਰ, ਜਿਵੇਂ ਆਪਾਂ ਕੱਲ੍ਹ ਪੜ੍ਹਿਆ ਸੀਗਾ, ਉਹਨਾਂ ਨੇ ਕਿਹਾ ਸੀ ਸਵਰਾਜ ਇਨ 1 ਈਅਰ, ਪਰ ਸਵਰਾਜ 1 ਸਾਲ 'ਚ ਨਹੀਂ ਮਿਲ ਸਕਿਆ, ਕਿਉਂਕਿ ਜਿਸ ਢੰਗ ਦੇ ਨਾਲ ਉਹਨਾਂ ਨੇ ਸੋਚਿਆ ਸੀ ਮੂਵਮੈਂਟ ਜਾਊਗੀ ਉਸ ਢੰਗ ਦੇ ਨਾਲ ਨਹੀਂ ਗਈ। ਵਾਇਲੈਂਸ ਕ੍ਰੀਏਟ ਹੋਣ ਲੱਗ ਗਈ। ਵਾਇਲੈਂਸ ਕਿਉਂ ਕ੍ਰੀਏਟ ਹੋਣ ਲੱਗ ਗਈ? ਕਿਉਂਕਿ ਇੱਕ ਸਰਟਨ ਟਾਈਮ 'ਤੇ ਆ ਕੇ ਜਿਹੜੇ ਮਾਸਿਸ ਹੈਗੇ ਐਗਜ਼ੌਸਟ ਹੋਣ ਲੱਗ ਜਾਂਦੇ ਆ, ਉਹਨਾਂ ਕੋਲ ਕੋਈ ਹੋਰ ਓਪਸ਼ਨ ਨਹੀਂ ਬਚਦਾ, ਕਿਉਂਕਿ ਉਹਨਾਂ ਦੀ ਜਿਹੜੀ ਸੁਣਵਾਈ ਹੈਗੀ ਹੈ ਉਹ ਹੋ ਨਹੀਂ ਰਹੀ ਹੁੰਦੀ, ਅੰਗਰੇਜ਼ ਸਰਕਾਰ ਕਰ ਨਹੀਂ ਰਹੀ ਹੁੰਦੀ। ਜਿਵੇਂ ਆਪਣੇ ਹੀ ਫਾਰਮ ਬਿਲਸ ਹੈਗੇ ਆ, ਤਾਂ ਉੱਥੇ ਇਸ ਟਾਈਮ ਸੁਣਵਾਈ ਨਹੀਂ ਹੋ ਰਹੀ, ਆਪਣੇ ਜਿਹੜੇ ਮਾਸਿਸ ਹੈ ਐਗਜ਼ੌਸਟ ਹੋ ਰਹੇ ਹੈ, ਤਾਂ ਗੌਰਮੈਂਟ ਦੀ ਚਾਲ ਹੀ ਇਹੀ ਹੁੰਦੀ ਹੈ ਮਾਸਿਸ ਨੂੰ ਐਗਜ਼ੌਸਟ ਕਰੋ, ਵਾਇਲੈਂਸ 'ਤੇ ਤੁਰੇ ਆਉਣ ਅਤੇ ਅਸੀਂ ਇਹਨਾਂ ਨੂੰ ਦਬਾ ਦਈਏ। ਹੁਣ ਤਾਂ ਦਬਾ ਨਹੀਂ ਸਕਦੇ ਕਿਉਂਕਿ ਆਪਾਂ ਪੀਸਫੁਲੀ ਪ੍ਰੋਟੈਸਟ ਕਰ ਰਹੇ ਹਾਂ। ਉਸੇ ਤੁਸੀਂ ਰਿਲੇਟ ਕਰ ਸਕਦੇ ਹੋ ਇਹਨਾਂ ਚੀਜ਼ਾਂ ਨੂੰ। ਉਸ ਟਾਈਮ 'ਤੇ ਵੀ ਜਿਹੜੀ ਗੌਰਮੈਂਟ ਹੈਗੀ ਆ ਮਾਸਿਸ ਦੀ ਨਹੀਂ ਸੁਣ ਰਹੀ ਸੀਗੀ, ਮਾਸਿਸ ਐਗਜ਼ੌਸਟ ਹੋ ਗਏ ਅਤੇ ਵਾਇਲੈਂਸ ਕ੍ਰੀਏਟ ਹੋ ਗਈ। ਆਪਣਾ ਮੇਨ ਕੰਮ ਕੀ, ਆਪਾਂ ਵਾਇਲੈਂਸ ਨਹੀਂ ਕ੍ਰੀਏਟ ਕਰਨੀ, ਠੀਕ ਹੈ। ਅਗਰ ਵਾਇਲੈਂਸ ਨਹੀਂ ਹੋਊਗੀ ਤਾਂ ਜਿਹੜੀ ਆਪਣੀ ਗੱਲ ਹੈ ਪ੍ਰੋਪਰ ਇਹਨਾਂ ਨੂੰ ਸੁਣਨੀ ਹੀ ਪਊਗੀ ਇੱਕ ਦਾ ਇੱਕ ਦਿਨ, ਠੀਕ ਹੈ। ਤਾਂ ਇਹੀ ਸੀਗੇ ਕਾਰਨ। ਤਾਂ ਜਦੋਂ ਚੋਰਾ ਚੋਰੀ ਇੰਸੀਡੈਂਟ ਹੋ ਗਿਆ ਤਾਂ ਮਹਾਤਮਾ ਗਾਂਧੀ ਨੂੰ ਲੱਗਿਆ ਵੀ ਹੁਣ ਅੰਗਰੇਜ਼ਾਂ ਕੋਲ ਪ੍ਰੋਪਰ ਮੌਕਾ ਹੈਗਾ ਆਪਣੀ ਜਿਹੜੀ ਮੂਵਮੈਂਟ ਨੂੰ ਕਾਲਡ ਆਫ ਕਰਾਉਣ ਦਾ, ਤਾਂ ਉਹਨਾਂ ਨੇ ਉਹਨਾਂ ਦੀ ਜਿਹੜੀ ਕਹਿ ਸਕਦੇ ਹਾਂ ਵੀ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਆਪਣੀ ਜਿਹੜੀ ਮੂਵਮੈਂਟ ਹੈ ਉਹ ਬੰਦ ਕਰਤੀ। ਮਤਲਬ ਉਹ ਪਹਿਲਾਂ ਚੱਕਣ, ਆਪਾਂ ਹੀ ਆਪਣਾ ਜਿਹੜਾ ਬੋਰੀ ਬਿਸਤਰਾ ਆਪਾਂ ਚੱਕ ਲੈਂਦੇ ਹਾਂ, ਠੀਕ ਹੈ। ਇਹ ਸਿਸਟਮ ਹੋ ਗਿਆ ਸੀਗਾ। ਸੋ ਹੁਣ ਆਪਾਂ ਅੱਗੇ ਮੂਵ ਕਰਦੇ ਹਾਂ, ਪੜ੍ਹਦੇ ਹਾਂ। ਸੋ ਨੋਨ ਕਾਰਪੋਰੇਸ਼ਨ ਮੂਵਮੈਂਟ ਵਾਜ਼ ਲੌਂਚਡ ਇਨ 1920, ਐਕਸਪਲੇਨ ਵੈਨ ਇਟ ਵਾਜ਼ ਐਂਡਡ। ਸੋ ਆਪਾਂ ਨੂੰ ਪੁੱਛ ਲਿਆ ਜਾਂਦਾ ਵੀ ਨੋਨ ਕਾਰਪੋਰੇਸ਼ਨ ਮੂਵਮੈਂਟ ਕਦੋਂ ਲਾਂਚ ਹੋਈ ਸੀ, ਤਾਂ ਆਪਣਾ ਆਨਸਰ ਆ ਜਾਊਗਾ 1920। ਅਤੇ ਖ਼ਤਮ ਕਦੋਂ ਕੀਤੀ ਗਈ? 1922 ਦੇ ਵਿੱਚ। ਜਿਵੇਂ ਆਪਾਂ ਪੜ੍ਹਿਆ 4 ਫੈਬਰਰੀ 1922 ਤੋਂ ਬਾਅਦ ਨੋਨ ਕਾਰਪੋਰੇਸ਼ਨ ਮੂਵਮੈਂਟ ਨੂੰ ਇਨਡੈਫੀਨਿਟ ਪੀਰੀਅਡ ਆਫ ਟਾਈਮ ਲਈ ਟਰਮੀਨੇਟ ਕਰ ਦਿੱਤਾ ਗਿਆ ਸੀਗਾ ਬਾਈ ਦੀ ਗਾਂਧੀ ਜੀ, ਠੀਕ ਹੈ। ਸੋ ਡਿਊਰਿੰਗ ਦਾ 1923 ਐਂਡ 1928 the repetition of the revolutionary movement activities in India politics was due to the postponement of the non-corporation movement by the ਗਾਂਧੀ ਜੀ। ਬਹੁਤ ਇੰਪੋਰਟੈਂਟ ਹੈ। ਮੈਂ ਤੁਹਾਨੂੰ ਦੱਸਿਆ ਸੀਗਾ ਵੀ ਜਦੋਂ ਆਪਣੀ ਨੋਨ ਕਾਰਪੋਰੇਸ਼ਨ ਮੂਵਮੈਂਟ ਫੇਲੀਅਰ ਹੋ ਗਈ ਸੀਗੀ, ਜਾਂ ਕਹਿ ਸਕਦੇ ਨੋਨ ਕਾਰਪੋਰੇਸ਼ਨ ਮੂਵਮੈਂਟ ਦਾ ਵੱਡਾ ਫੇਲੀਅਰ ਉੱਭਰ ਕੇ ਸਾਹਮਣੇ ਆਇਆ, ਤਾਂ ਜਿਹੜੀ ਉਹਨਾਂ ਦੀ ਜਿਹੜੇ ਆਪਣੇ ਯੰਗ ਰੈਵੋਲਿਊਸ਼ਨਰੀ ਸੀਗੇ ਜੋ ਬ੍ਰਿਟਿਸ਼ ਰੂਲ ਨੂੰ ਜੜੋਂ ਹੀ ਖਦੇੜਨਾ ਚਾਹੁੰਦੇ ਸੀਗੇ, ਉਹਨਾਂ ਦੇ ਅੰਦਰ ਜਿਹੜੀਆਂ ਭਾਵਨਾਵਾਂ ਸੀਗੀਆਂ ਉਹਨਾਂ ਦੀਆਂ ਬਹੁਤ ਹੀ ਠੇਸ ਪਹੁੰਚੀ। ਜਿਹੜੀ ਸਵਰਾਜ ਇਨ 1 ਈਅਰ ਦੀ ਜਿਹੜੀ ਉਹਨਾਂ ਨੂੰ ਆਪਾਂ ਇੱਕ ਡਰੀਮ ਵਿਖਾਇਆ ਸੀ, ਉਹਨਾਂ ਦਾ ਇੱਕ ਡਰੀਮ ਟੁੱਟ ਗਿਆ, ਉਹਨਾਂ ਦੀ ਐਸਪੀਰੇਸ਼ਨ ਟੁੱਟ ਗਈਆਂ, ਠੀਕ ਹੈ ਜੀ। ਤਾਂ ਉਹਦੇ ਕਰਕੇ ਰੈਵੋਲਿਊਸ਼ਨਰੀ ਮੂਵਮੈਂਟ ਉੱਭਰ ਕੇ ਸਾਹਮਣੇ ਆਈਆਂ ਇੰਡੀਵਿਜੂਅਲ ਲੈਵਲ 'ਤੇ, ਇੰਡੀਵਿਜੂਅਲ ਔਰਗਨਾਈਜੇਸ਼ਨ ਦੇ ਬੇਸਿਸ 'ਤੇ। ਜਿਵੇਂ ਕਿ ਤੁਹਾਨੂੰ ਮੈਂ ਪੜ੍ਹਾਇਆ ਸੀਗਾ, HSRA ਬਣੀ, ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਬਣੀ, ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਬਣੀ, ਅਤੇ ਨੌਜਵਾਨ ਭਾਰਤ ਸਭਾ ਬਣੀ, AITUC ਬਣੀ। ਤਾਂ ਬਹੁਤ ਸਾਰੀਆਂ ਜਿਹੜੀਆਂ ਔਰਗਨਾਈਜੇਸ਼ਨ ਬਣੀਆਂ ਲੋਕਲ ਲੈਵਲ 'ਤੇ, ਨੈਸ਼ਨਲ ਲੈਵਲ 'ਤੇ, ਜਿਨ੍ਹਾਂ ਨੇ ਅੱਗੇ ਰੈਡੀਕਲੀ ਬ੍ਰਿਟਿਸ਼ ਗੌਰਮੈਂਟ ਨੂੰ ਖਦੇੜਨਾ ਚਾਹਿਆ ਅਤੇ ਆਪਣੀ ਜਿਹੜੀ ਗਾਂਧੀਅਨ ਮੂਵਮੈਂਟ ਦੇ ਜਿਹੜੇ ਡਰੋਬੈਕ ਸੀ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਠੀਕ ਹੈ। ਸੋ ਜਦੋਂ ਪੋਸਟਪੋਨ ਹੋ ਗਈ ਸੀ ਗਾਂਧੀ ਜੀ ਮੂਵਮੈਂਟ, ਜਾਂ ਕਹਿ ਸਕਦੇ ਫੇਲੀਅਰ ਹੋਇਆ ਸੀਗਾ ਗਾਂਧੀਅਨ ਮੂਵਮੈਂਟ, ਤਾਂ ਉਹਦੇ ਕਰਕੇ ਰੈਵੋਲਿਊਸ਼ਨਰੀ ਮੂਵਮੈਂਟ ਉੱਭਰ ਕੇ ਸਾਹਮਣੇ ਆਈਆਂ, ਠੀਕ ਹੈ। ਸੋ ਰੈਵੋਲਿਊਸ਼ਨਰੀ ਮੂਵਮੈਂਟ ਆਪਾਂ ਡਿਟੇਲ ਵੇ ਦੇ ਵਿੱਚ ਪਹਿਲਾਂ ਹੀ ਕਰ ਚੁੱਕੇ ਹਾਂ। ਸੋ ਜਿਨ੍ਹਾਂ ਨੇ ਪੁਰਾਣੇ ਲੈਕਚਰ ਨਹੀਂ ਵੇਖੇ, ਆਪਾਂ ਆਲਮੋਸਟ 15 ਲੈਕਚਰ ਕਰ ਚੁੱਕੇ ਹਾਂ, 15 ਤੋਂ 16। ਤਾਂ ਤੁਸੀਂ ਜਾ ਕੇ ਜ਼ਰੂਰ ਵੇਖੋ, ਜਿਹਨੇ ਨਹੀਂ ਵੇਖੇ। ਆਲਮੋਸਟ ਜਿਹੜੀ ਮਾਡਰਨ ਹਿਸਟਰੀ ਹੈਗੀ ਹੈ ਸਾਰੇ ਦੇ ਸਾਰੇ ਤੁਹਾਡੇ ਕਵਰ ਹੋ ਜਾਣਗੇ ਟੌਪਿਕ, ਠੀਕ ਹੈ। ਸੋ ਜਾ ਕੇ ਜ਼ਰੂਰ ਵੇਖੋ ਜਿਹਨੇ ਨਹੀਂ ਵੇਖੇ ਪ੍ਰੀਵੀਅਸ ਲੈਕਚਰਸ। ਸੋ ਆਪਾਂ ਨੈਕਸਟ ਪੜ੍ਹਦੇ ਹਾਂ। ਸੋ ਵਿਚ ਆਫ ਦਾ ਫੋਲੋਇੰਗ ਪੇਅਰ ਇਜ਼ ਨੋਟ ਕਰੈਕਟਲੀ ਮੈਚਡ। ਸੋ ਆਪਾਂ ਨੂੰ 4 ਪੇਅਰ ਦਿੱਤੇ ਹੋਏ, ਆਪਾਂ ਨੂੰ ਪੁੱਛਿਆ ਗਿਆ ਵੀ ਕਿਹੜਾ ਪੇਅਰ ਮੈਚ ਨਹੀਂ ਕਰਦਾ। ਅੱਗੇ ਉਹਨਾਂ ਦੀ ਡੇਟ ਦਿੱਤੀ ਹੋਈ ਹੈ ਅਤੇ ਦੂਜੇ ਪਾਸੇ ਉਹਨਾਂ ਦਾ ਈਵੈਂਟਸ ਦੇ ਨਾਮ ਦਿੱਤੇ ਹੋਏ ਆ, ਠੀਕ ਹੈ। ਸੋ 1885 ਫਾਊਂਡੇਸ਼ਨ ਆਫ ਇੰਡੀਅਨ ਨੈਸ਼ਨਲ ਕਾਂਗਰਸ। ਸੋ 1885 ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ AO ਹਿਊਮ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਫਾਊਂਡੇਸ਼ਨ ਰੱਖੀ ਸੀਗੀ, ਇਹ ਸਾਰਿਆਂ ਨੂੰ ਪਤਾ ਹੋਊਗਾ। ਪਹਿਲੇ ਪ੍ਰੈਜ਼ੀਡੈਂਟ ਕੌਣ ਸੀਗੇ ਇੰਡੀਅਨ ਨੈਸ਼ਨਲ ਕਾਂਗਰਸ ਦਾ? ਤਾਂ ਆਪਣਾ ਆਨਸਰ ਆਇਆ WC ਬੈਨਰਜੀ। 1905 ਦੇ ਵਿੱਚ ਪਾਰਟੀਸ਼ਨ ਆਫ ਬੰਗਾਲ ਹੋਇਆ ਸੀਗਾ, ਸਾਰਿਆਂ ਨੂੰ ਆਪਾਂ ਯਾਦ ਹੋਊਗਾ। ਬੰਗਾਲ ਕਰਕੇ ਹੀ, ਬੰਗਾਲ ਦੀ ਪਾਰਟੀਸ਼ਨ ਹੀ ਰਿਜ਼ਲਟ ਕੀਤਾ ਸਵਦੇਸ਼ੀ ਮੂਵਮੈਂਟ ਨੇ। ਸੋ ਜਿਹਨੇ ਨਹੀਂ ਪੜ੍ਹਿਆ ਜਾ ਕੇ ਪ੍ਰੀਵੀਅਸ ਲੈਕਚਰ ਜਾ ਕੇ ਜ਼ਰੂਰ ਵੇਖੋ। ਸੋ ਉਹਦੇ ਵਿੱਚ ਆਪਾਂ ਡਿਟੇਲ ਵੇ ਦੇ ਵਿੱਚ ਡਿਸਕਸ ਕੀਤਾ ਹੋਇਆ ਵੀ ਪਾਰਟੀਸ਼ਨ ਆਫ ਬੰਗਾਲ ਕਦੋਂ ਹੋਇਆ ਅਤੇ ਕਿਵੇਂ ਹੋਇਆ, ਅਤੇ ਮਤਲਬ ਇਹਦਾ ਕੌਨਸੀਕੁਐਂਸਿਸ ਕੀ ਹੋਏ, ਠੀਕ ਹੈ। ਸੋ ਨੈਕਸਟ ਹੈਗਾ 1909 ਦੇ ਵਿੱਚ ਮੋਰਲੇ ਮਿੰਟੋ ਰਿਫੋਰਮਸ ਹੋਏ ਸੀਗੇ। ਸਵਦੇਸ਼ੀ ਮੂਵਮੈਂਟ ਦੀ ਜਿਹੜੀਆਂ
ਡਿਮਾਂਡ ਸੀਗੀਆਂ ਉਹਨੂੰ ਦਬਾਉਣ ਵਾਸਤੇ, ਮੋਡਰੇਟਸ ਦੀਆਂ ਡਿਮਾਂਡ ਨੂੰ ਦਬਾਉਣ ਵਾਸਤੇ ਇੱਕ ਮੋਰਲੇ ਮਿੰਟੋ ਰਿਫਾਰਮਸ ਲੈ ਕੇ ਆਉਂਦੇ। ਉਹਨਾਂ ਦੀ ਕੌਂਸਟੀਟਿਊਸ਼ਨਲ ਐਸਪੀਰੇਸ਼ਨ ਪੂਰੀਆਂ ਹੋ ਗਈਆਂ ਉਹਦੇ ਨਾਲ। ਮੋਰਲੇ ਮਿੰਟੋ ਰਿਫਾਰਮਸ 1909 ਦੇ ਵਿੱਚ ਆਏ ਸੀ, ਜਿਹਦੇ ਰਾਹੀਂ ਆਪਣਾ ਪਹਿਲੀ ਵਾਰੀ ਕਾਮਨਲ ਰਿਪਰੈਜ਼ੈਂਟੇਸ਼ਨ ਦੀ ਗੱਲ ਕੀਤੀ ਗਈ ਸੀਗੀ। ਠੀਕ ਹੈ, ਕਾਮਨਲ ਇਲੈਕਟੋਰਲਸ ਦੀ ਗੱਲ ਕੀਤੀ ਗਈ ਸੀ। ਸਾਰਿਆਂ ਨੂੰ ਆਪਾਂ ਕਨਸੈਪਟ ਸਮਝਾਇਆ ਸੀਗਾ ਕਾਮਨਲ ਇਲੈਕਟੋਰਲਸ ਕੀ ਹੁੰਦੇ ਆ ਪ੍ਰੀਵੀਅਸ ਲੈਕਚਰਸ ਦੇ ਵਿੱਚ। ਸੋ ਨੈਕਸਟ ਹੈਗਾ 1930 ਦੇ ਵਿੱਚ ਨੋਨ ਕਾਰਪੋਰੇਸ਼ਨ ਮੂਵਮੈਂਟ ਜਿਹੜੀ ਹੈਗੀ ਹੈ ਉਹ ਨਹੀਂ ਹੋਈ ਸੀਗੀ। 1920 ਦੇ ਵਿੱਚ ਹੋਈ ਸੀਗੀ ਨੋਨ ਕਾਰਪੋਰੇਸ਼ਨ ਮੂਵਮੈਂਟ। 1930 ਦੇ ਵਿੱਚ ਹੋਈ ਸੀਗੀ ਆਪਣੀ ਸਿਵਲ ਡਿਸਓਬੀਡੈਂਸ ਮੂਵਮੈਂਟ। ਸੋ ਸਾਰਿਆਂ ਨੂੰ ਪਤਾ ਹੋਣੀਆਂ ਚਾਹੀਦੀਆਂ ਗੱਲਾਂ। ਸੋ ਇਹਨਾਂ ਤੋਂ ਜਿਹੜਾ ਡੀ ਆਪਸ਼ਨ ਹੈ ਉਹ ਗਲਤ ਹੈਗਾ, ਬਾਕੀ ਸਾਰੇ ਦੇ ਸਾਰੇ ਆਪਸ਼ਨ ਸਹੀ ਹੈਗੇ। ਠੀਕ ਹੈ, ਸੋ ਆਪਾਂ ਨੂੰ ਕਈ ਵਾਰ ਇਹਨਾਂ ਦਾ ਕਰੋਨੋਲੋਜੀਕਲ ਆਰਡਰ ਵੀ ਪੁੱਛ ਲਿਆ ਜਾਂਦਾ ਹੁੰਦਾ, ਜਿਵੇਂ ਕਿ ਪਹਿਲਾਂ ਨੋਨ ਕਾਰਪੋਰੇਸ਼ਨ ਮੂਵਮੈਂਟ ਦੇ ਦਿੱਤੀ ਜਾਊਗੀ, ਫਿਰ ਸਾਈਮਨ ਕਮਿਸ਼ਨ, ਕੁਇਟ ਇੰਡੀਆ ਮੂਵਮੈਂਟ, ਸਿਵਲ ਡਿਸਓਬੀਡੈਂਸ ਮੂਵਮੈਂਟ। ਸੋ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਕੀ ਹੋਈ ਨੋਨ ਕਾਰਪੋਰੇਸ਼ਨ ਮੂਵਮੈਂਟ, ਫਿਰ ਸਾਈਮਨ ਕਮਿਸ਼ਨ ਆਏ, ਫਿਰ ਸਿਵਲ ਡਿਸਓਬੀਡੈਂਸ ਹੋਈ, ਫਿਰ ਆਏ ਆਪਣੀ ਕੁਇਟ ਇੰਡੀਆ ਮੂਵਮੈਂਟ। ਸੋ ਸਾਰਿਆਂ ਨੂੰ ਕਰੋਨੋਲੋਜੀਕਲ ਆਰਡਰ ਆਪਣੇ ਹਿਸਟੋਰੀਕਲ ਪਰਸਪੈਕਟਿਵ ਦਾ ਪਤਾ ਹੋਣਾ ਚਾਹੀਦਾ। ਹਿਸਟੋਰੀਕਲ ਪੁਆਇੰਟ ਆਫ ਵਿਊ ਤੋਂ ਤੁਹਾਨੂੰ ਸਾਰਿਆਂ ਦਾ ਚੀਜ਼ਾਂ ਦਾ ਕਿਵੇਂ ਕਿਵੇਂ ਇਵੈਂਟਸ ਹੋਏ, ਕਿਵੇਂ ਕਿਵੇਂ ਚੀਜ਼ਾਂ ਵਾਪਰੀਆਂ, ਤੁਹਾਨੂੰ ਸਾਰਿਆਂ ਨੂੰ ਪਤਾ ਹੋਣੀ ਚਾਹੀਦੀਆਂ। ਠੀਕ ਹੈ, ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ ਜੋ ਆਪਣੇ ਲਈ ਜ਼ਰੂਰੀ ਹੈਗਾ। ਸੋ ਇਨ 1920 ਵਿਚ ਵਨ ਆਫ ਦਾ ਫੋਲੋਇੰਗ ਚੇਂਜ ਇਟਸ ਨੇਮ ਟੂ ਸਵਰਾਜਯ ਸਭਾ। ਸੋ ਬਹੁਤ ਹੀ ਇੰਪੋਰਟੈਂਟ ਹੈਗਾ ਜਿਹੜਾ ਕੰਸੈਪਟ ਹੈਗਾ। ਜਦੋਂ ਨੋਨ ਕਾਰਪੋਰੇਸ਼ਨ ਮੂਵਮੈਂਟ ਫੇਲ ਹੋ ਗਈ ਤਾਂ ਜਿਹੜੀ ਕਾਂਗਰਸ ਹੈਗੀ ਹੈ ਦੋ ਪਾਰਟਸ ਦੇ ਵਿੱਚ ਡਿਵਾਈਡ ਹੋ ਗਈ। ਇੱਕ ਸੀਗੇ ਪ੍ਰੋ ਚੇਂਜਰ, ਇੱਕ ਸੀਗੇ ਨੋ ਚੇਂਜਰਸ। ਠੀਕ ਹੈ, ਸੋ ਜਿਹੜੇ ਪ੍ਰੋ ਚੇਂਜਰ ਸੀਗੇ ਉਹ ਚਾਹੁੰਦੇ ਸੀਗੇ ਵੀ ਆਪਾਂ ਜਿਹੜੀਆਂ ਅੰਗਰੇਜ਼ਾਂ ਦੁਆਰਾ ਅਸੈਂਬਲੀਜ਼ ਕ੍ਰੀਏਟ ਕੀਤੀਆਂ ਗਈਆਂ ਸਟੇਟਾਂ ਦੇ ਵਿੱਚ, ਸੈਂਟਰ ਦੇ ਵਿੱਚ, ਉਹਦੇ ਵਿੱਚ ਪ੍ਰੋਪਰਲੀ ਪਾਰਟੀਸਪੇਟ ਕਰੀਏ ਅਤੇ ਅੰਗਰੇਜ਼ਾਂ ਨੂੰ ਉੱਥੇ ਜਾ ਕੇ ਆਪਾਂ ਆਪਣੀ ਜਿਹੜੀ ਮੂਵਮੈਂਟ ਨੂੰ ਕੰਟੀਨਿਊ ਕਰੀਏ। ਮਾਸਿਸ ਦੇ ਵਿੱਚ ਆਪਣੀ ਜਿਹੜੀ ਰੈਵੋਲਿਊਸ਼ਨਰੀ ਸੋਚ ਹੈਗੀ ਹੈ, ਜਾਂ ਕਹਿ ਸਕਦੇ ਹਾਂ ਵੀ ਆਪਣੀ ਸੈਲਫ ਗੌਰਮੈਂਟ ਦੀ ਸੋਚ ਹੈਗੀ ਹੈ, ਉੱਥੇ ਜਾ ਕੇ ਆਪਾਂ ਜ਼ਿਆਦਾ ਇੰਪਾਵਰਡ ਹੋਵਾਂਗੇ, ਜ਼ਿਆਦਾ ਵਧੀਆ ਤਰੀਕੇ ਦੇ ਨਾਲ ਕੰਮ ਕਰ ਸਕਾਂਗੇ। ਸੋ ਉਹ ਸੀਗੇ ਪ੍ਰੋ ਚੇਂਜਰ, ਜਿਵੇਂ ਕਿ CR ਦਾਸ ਹੋ ਗਏ, ਮੋਤੀ ਲਾਲ ਨਹਿਰੂ ਹੋ ਗਏ। ਠੀਕ ਹੈ, ਸੋ ਇੱਕ ਸੀਗੇ ਨੋ ਚੇਂਜਰਸ ਜੋ ਗਾਂਧੀ ਜੀ ਨਾਲ ਜੁੜੇ ਹੋਏ ਸੀਗੇ। ਉਹ ਕਹਿੰਦੇ ਸੀਗੇ ਵੀ ਆਪਾਂ ਨੂੰ ਗਰਾਊਂਡ ਲੈਵਲ 'ਤੇ ਕੰਮ ਕਰਨਾ ਚਾਹੀਦਾ ਹੈ। ਠੀਕ ਹੈ, ਆਪਾਂ ਨੂੰ ਲੋਕਾਂ ਦੇ ਘਰਾਂ 'ਚ ਜਾਣਾ ਚਾਹੀਦਾ ਹੈ, ਖਾਦੀ ਪ੍ਰੈਕਟਿਸ ਕਰਨੀ ਚਾਹੀਦੀ ਹੈ। ਠੀਕ ਹੈ, ਵਿਲੇਜਿਸ ਦੇ ਵਿੱਚ ਜਾਣਾ ਚਾਹੀਦਾ ਹੈ, ਉੱਥੇ ਜਾ ਕੇ ਲੋਕਾਂ ਨੂੰ ਸਮਝਾਉਣਾ ਚਾਹੀਦਾ ਸੈਲਫ ਰੂਲ ਕੀ ਹੈਗਾ, ਸੈਲਫ ਗਵਰਨਮੈਂਟ ਕੀ ਹੈਗੀ ਹੈ, ਤੁਹਾਨੂੰ ਉਹਦਾ ਫਾਇਦਾ ਕੀ ਹੈਗਾ, ਮਤਲਬ ਬੇਸਿਕ ਗ੍ਰਾਸ ਰੂਟ ਲੈਵਲ 'ਤੇ ਕੰਮ ਕਰਨਾ ਚਾਹੀਦਾ। ਸੋ ਉਹ ਸੀਗੇ ਨੋ ਚੇਂਜਰਸ, ਜਿਵੇਂ ਗਾਂਧੀ ਜੀ ਹੋ ਗਏ, ਆਪਣੇ ਰਾਜਿੰਦਰ ਪ੍ਰਸਾਦ ਹੋ ਗਏ। ਸੋ ਇਹ ਸੀਗੇ ਨੋ ਚੇਂਜਰਸ ਦੇ ਵਿੱਚ। ਸੋ ਪ੍ਰੋ ਚੇਂਜਰਸ ਅਤੇ ਨੋ ਚੇਂਜਰ ਦੇ ਵਿੱਚ ਬਹੁਤ ਵੱਡਾ ਡਿਫਰੈਂਸ ਆ ਗਿਆ। ਤਾਂ ਪ੍ਰੋ ਚੇਂਜਰਸ ਨੇ ਆ ਕੇ ਇੱਕ ਆਪਣੀ ਅੱਡ ਪਾਰਟੀ ਬਣਾ ਲਈ ਕਾਂਗਰਸ ਦੇ ਵਿੱਚ ਹੀ, ਜਿਹਦਾ ਨਾਮ ਸੀਗਾ ਸਵਰਾਜਯ ਦਲ। ਠੀਕ ਹੈ, ਸੋ ਹੁਣ ਆਪਾਂ ਪੜ੍ਹਾਂਗੇ ਸਵਰਾਜ ਦਲ ਬਾਰੇ। ਇਨ 1920s ਵਿਚ ਆਫ ਦਾ ਫੋਲੋਇੰਗ ਚੇਂਜ ਇਟਸ ਨੇਮ ਟੂ ਦਾ ਸਵਰਾਜਯ ਸਭਾ। ਸੋ ਇਹ ਅੱਡ ਕੁਐਸਚਨ ਹੈਗਾ ਸਵਰਾਜਯ ਸਭਾ ਵਾਲਾ। ਜਿਹੜਾ ਆਪਾਂ ਸਵਰਾਜ ਪਾਰਟੀ ਪੜ੍ਹਾਂਗੇ ਉਹ ਅੱਡ ਹੈਗਾ। ਠੀਕ ਹੈ, ਸੋ ਜਿਹੜਾ IAS 2019 ਦਾ ਪੇਪਰ ਸੀਗਾ ਤਾਂ ਉਹਦੇ ਵਿੱਚ ਪੁੱਛਿਆ ਹੋਇਆ ਕੁਐਸਚਨ ਹੈਗਾ ਵੀ ਕਿਹੜੀ ਹੈ ਜੀ ਸਭਾ ਹੈਗੀ ਹੈ ਜਿਹਨਾਂ ਆਪਣੇ ਨਾਮ ਚੇਂਜ ਕਰਕੇ ਸਵਰਾਜਯ ਸਭਾ ਰੱਖਿਆ ਹੋਇਆ ਹੈ। ਤਾਂ ਆਪਣਾ ਆਨਸਰ ਆ ਜਾਊਗਾ ਆਲ ਇੰਡੀਆ ਹੋਮ ਰੂਲ ਲੀਗ ਨੇ ਆਪਣਾ ਜਿਹੜਾ ਨਾਮ ਹੈਗਾ ਉਹ ਚੇਂਜ ਕਰਕੇ ਸਵਰਾਜਯ ਸਭਾ ਰੱਖਿਆ ਸੀਗਾ 1920 ਦੇ ਵਿੱਚ। ਸੋ ਜਿਹੜਾ PPSC ਜਿਹੜਾ ਪੈਟਰਨ ਫੋਲੋ ਕਰਦਾ UPSC ਤੋਂ ਹੀ ਬੋਰੋ ਕੀਤਾ ਹੁੰਦਾ। ਸੋ ਤੁਸੀਂ UPSC ਦਾ ਕੋਈ ਕੁਐਸਚਨ ਨਹੀਂ ਛੱਡਣਾ, ਭਾਵੇਂ ਕਿਸੇ ਵੀ ਲੈਵਲ ਦਾ ਹੋਵੇ, ਤੁਸੀਂ ਜ਼ਰੂਰ ਕਰਕੇ ਜਾਣਾ। ਠੀਕ ਹੈ ਜੀ, ਸੋ ਅਗਰ ਤੁਸੀਂ PPSC ਲਈ ਪ੍ਰੋਪਰਲੀ ਪ੍ਰਿਪੇਅਰ ਕਰ ਰਹੇ ਹੋ ਤਾਂ। ਠੀਕ ਹੈ, ਹੂ ਅਮੰਗ ਆਫ ਦਾ ਫੋਲੋਇੰਗ ਰਿਜ਼ਾਈਨਡ ਫਰੋਮ ਦਾ ਪ੍ਰੈਜ਼ੀਡੈਂਸੀ ਆਫ ਦਾ ਕਾਂਗਰਸ ਫॉर ਮੇਕਿੰਗ ਏ ਸਵਰਾਜ ਪਾਰਟੀ। ਸੋ ਕਾਂਗਰਸ ਤੋਂ ਰਿਜ਼ਾਈਨ ਕਿਹਨੇ ਕੀਤਾ ਸੀ ਅਤੇ ਆਪਣੀ ਸਵਰਾਜ ਪਾਰਟੀ 1924 ਦੇ ਵਿੱਚ ਫਾਰਮਡ ਕੀਤੀ ਸੀ। ਤਾਂ ਆਪਣਾ ਆਨਸਰ ਆ ਜਾਊਗਾ CR ਦਾਸ ਨੇ ਇੱਕ ਸਵਰਾਜ ਪਾਰਟੀ ਫਾਰਮਡ ਕੀਤੀ ਸੀਗੀ, ਜੋ ਕਿ ਕਾਂਗਰਸ ਤੋਂ ਰਿਜ਼ਾਈਨ ਕਰਕੇ ਉਹਨਾਂ ਨੇ। ਸੋ ਹੁਣ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸਵਰਾਜ ਪਾਰਟੀ ਵਾਜ਼ ਫਾਰਮਡ ਆਫਟਰ ਦਾ ਫੇਲੀਅਰ ਆਫ। ਇਹ ਤੁਹਾਨੂੰ ਮੈਂ ਸਾਰਿਆਂ ਨੂੰ ਸਮਝਾਤਾ ਹੈ ਵੀ ਸਵਰਾਜ ਪਾਰਟੀ ਕਦੋਂ ਫਾਰਮਡ ਹੋਈ ਸੀਗੀ, ਜਦੋਂ ਨੋਨ ਕਾਰਪੋਰੇਸ਼ਨ ਮੂਵਮੈਂਟ ਦੀ ਫੇਲੀਅਰ ਉੱਭਰ ਕੇ ਸਾਹਮਣੇ ਆਈ। ਠੀਕ ਹੈ, ਸਵਰਾਜ ਪਾਰਟੀ ਵਾਜ਼ ਫਾਰਮਡ ਬਾਏ ਦਾ CR ਦਾਸ ਐਂਡ ਦਾ ਮੋਤੀ ਲਾਲ ਨਹਿਰੂ। ਸੋ ਜਿਹੜੀ ਸਵਰਾਜ ਪਾਰਟੀ ਹੈਗੀ ਹੈ ਕਿਹਨਾਂ ਦੁਆਰਾ ਫਾਰਮਡ ਕੀਤੀ ਗਈ ਸੀ, ਤਾਂ ਆਪਣਾ ਆਨਸਰ ਆ ਜਾਊਗਾ CR ਦਾਸ ਅਤੇ ਮੋਤੀ ਲਾਲ ਨਹਿਰੂ ਦੁਆਰਾ ਸਵਰਾਜ ਪਾਰਟੀ ਫਾਰਮਡ ਕੀਤੀ ਗਈ ਸੀ। ਬਹੁਤ ਇੰਪੋਰਟੈਂਟ ਪੁਆਇੰਟ ਹੈਗੇ, ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਦੋ ਇਹੋ ਸ਼ਖਸ ਜਿਨ੍ਹਾਂ ਨੇ ਸਵਰਾਜ ਪਾਰਟੀ ਦੀ ਫਾਊਂਡੇਸ਼ਨ ਰੱਖੀ ਸੀ। ਤਾਂ ਆਪਣਾ ਆਨਸਰ ਆ ਜਾਊਗਾ CR ਦਾਸ ਅਤੇ ਮੋਤੀ ਲਾਲ ਨਹਿਰੂ। ਬਹੁਤ ਵਾਰ ਐਗਜ਼ਾਮ ਦੇ ਵਿੱਚ ਰਿਪੀਟਡਲੀ ਆ ਕੁਐਸਚਨ ਪੁੱਛਿਆ ਹੋਇਆ ਹੈਗਾ। ਠੀਕ ਹੈ, ਇਹ ਵੀ ਜਿਹੜੇ ਆਪਾਂ ਜਿੰਨੇ ਵੀ ਕੁਐਸਚਨ ਕਰ ਰਹੇ ਹਾਂ ਕਿਤੇ ਨਾ ਕਿਤੇ ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛੇ ਹੋਏ ਆ, ਬਹੁਤ ਹੀ ਫ੍ਰੀਕੁਐਂਟਲੀ ਪੁੱਛੇ ਹੋਏ ਆ। ਸੋ ਆਪਾਂ ਇਹਨਾਂ ਨੂੰ ਯਾਦ ਰੱਖਣਾ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਵੇਖਿਆ ਜਾਵੇ ਤਾਂ। ਸੋ ਹੁਣ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੋ ਆਪਣਾ ਨੈਕਸਟ ਕੁਐਸਚਨ ਹੈਗਾ ਵੈਨ ਕਾਂਗਰਸ ਲੀਡਰ ਕੰਡੈਮਡ ਦਾ ਮੋਂਟੈਗਿਊ ਚੈਮਸਫੋਰਡ ਰਿਫਾਰਮ ਮੈਨੀ ਮੋਡਰੇਟਸ ਲੈਫਟ ਦਾ ਪਾਰਟੀ ਟੂ ਫਾਰਮ ਦਾ। ਹੁਣ ਕੁਛ ਜਦੋਂ ਜਿਹੜੇ ਮੋਡਰੇਟਸ ਹੈਗੇ ਆ ਮੋਂਟੈਗਿਊ ਚੈਮਸਫੋਰਡ ਰਿਫਾਰਮ ਦੀ ਨਿੰਦਾ ਕਰ ਰਹੇ ਸੀਗੇ ਅਤੇ ਉਹਨਾਂ ਨੇ ਜਿਹੜੀ ਪਾਰਟੀ ਹੈਗੀ ਕਾਂਗਰਸ ਦੀ ਉਹ ਛੱਡਤੀ ਸੀਗੀ ਅਤੇ ਉਹਨਾਂ ਨੇ ਇੱਕ ਨਵੀਂ ਪਾਰਟੀ ਫਾਰਮਡ ਕੀਤੀ ਸੀ। IAS ਦਾ ਪੁੱਛਿਆ ਹੋਇਆ ਕੁਐਸਚਨ ਹੈਗਾ ਤਾਂ ਉਸ ਪਾਰਟੀ ਦਾ ਨਾਮ ਕੀ ਸੀਗਾ। ਤਾਂ ਆਪਣਾ ਆਨਸਰ ਆ ਜਾਊਗਾ ਇੰਡੀਅਨ ਲਿਬਰਲ ਫੈਡਰੇਸ਼ਨ।
ਸੋ ਇਹ ਜ਼ਿਆਦਾ ਰੈਲੇਵੈਂਟ ਹੈ ਨਹੀਂ ਕਿ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ, ਬਸ ਆਪਾਂ ਨੂੰ ਇੰਨਾ ਪਤਾ ਹੋਣਾ ਚਾਹੀਦਾ ਕਿਉਂਕਿ ਕਈ ਵਾਰੀ ਡਾਇਰੈਕਟਲੀ ਹੀ IAS ਦਾ ਕੁਐਸਚਨ ਆਪਾਂ ਨੂੰ ਰਿਪੀਟ ਕਰ ਦਿੱਤਾ ਜਾਂਦਾ ਐਗਜ਼ਾਮ ਦੇ ਵਿੱਚ, ਠੀਕ ਹੈ ਜੀ। ਸੋ ਤੁਸੀਂ ਇਹਨਾਂ ਨੂੰ ਜਿੱਦਾਂ ਦਾ ਕੁਐਸਚਨ ਹੈਗਾ, ਜ਼ਿਆਦਾ ਇਹਦੇ ਬੈਕਗਰਾਊਂਡ ਹੈ ਨਹੀਂ ਪਾਰਟੀ ਦਾ, ਨਾ ਹੀ ਇਹਦੇ ਅੱਗੇ ਇਹਦੀ ਕੋਈ ਫਿਊਚਰ ਪਰਸਪੈਕਟਿਵ ਹੈਗਾ ਸੀਗਾ, ਠੀਕ ਹੈ। ਸੋ ਉੱਥੇ ਹੀ ਬਣੀ ਅਤੇ ਉੱਥੇ ਹੀ ਇਹਨਾਂ ਦਾ ਕੋਈ ਰੋਲ ਨਹੀਂ ਹੈਗਾ ਆਪਣੇ ਮਤਲਬ ਅੱਗੇ ਵੇਖਿਆ ਜਾਵੇ ਤਾਂ, ਠੀਕ ਹੈ। ਬਸ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿਹੜੀ ਪਾਰਟੀ ਫਾਰਮਡ ਹੋਈ ਸੀ, ਇੰਡੀਅਨ ਲਿਬਰਲ ਫੈਡਰੇਸ਼ਨ। ਹੂ ਵਾਜ਼ ਦਾ ਫਸਟ ਇੰਡੀਅਨ ਸਪੀਕਰ ਇਨ ਦਾ ਸੈਂਟਰਲ ਲੈਜਿਸਲੇਟਿਵ ਅਸੈਂਬਲੀ। ਸੋ ਤੁਹਾਨੂੰ ਪਤਾ 1919 ਦੇ ਵਿੱਚ ਆਪਣੀ ਅਸੈਂਬਲੀ ਬਣੀ ਸੀਗੀ, ਸੈਂਟਰਲ ਲੈਜਿਸਲੇਟਿਵ ਅਸੈਂਬਲੀ। ਤਾਂ ਉਹਦੇ ਵਿੱਚ ਇੰਡੀਅਨ ਸਪੀਕਰ ਕੌਣ ਸੀਗਾ, ਫਸਟ ਇੰਡੀਅਨ ਸਪੀਕਰ ਕੌਣ ਸੀ? ਤਾਂ ਆਪਣਾ ਆਨਸਰ ਆ ਜਾਊਗਾ ਵਿਥਲ ਭਾਈ ਜੇ ਪਟੇਲ। ਬਹੁਤ ਹੀ ਇੰਪੋਰਟੈਂਟ ਹੈਗਾ, ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਹੈਗਾ। ਸੋ ਤੁਸੀਂ ਇਸ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਣਾ, ਭਾਵੇਂ ਉਹ ਪਟਵਾਰੀ ਦਾ ਐਗਜ਼ਾਮ ਹੋਵੇ, ਭਾਵੇਂ ਨਾਇਬ ਤਹਿਸੀਲਦਾਰ ਦਾ, ਭਾਵੇਂ PCS ਦਾ। ਤੁਸੀਂ ਏਬਲਡ ਹੋ ਜਾਓਗੇ ਸਾਰੇ ਦੇ ਸਾਰੇ ਐਗਜ਼ਾਮ ਕਲੀਅਰ ਕਰਨ ਲਈ, ਅਗਰ ਤੁਸੀਂ ਇਹ 15 ਤੋਂ 20 ਲੈਕਚਰ ਆਪਾਂ ਹਿਸਟਰੀ ਦੇ ਕਰਾਂਗੇ। ਸੋ ਜਿਹੜੇ ਅਗਰ ਉੱਥੇ ਸਟੈਂਡਰਡ ਕੁਐਸਚਨ ਆਉਣਗੇ ਤਾਂ ਤੁਸੀਂ ਈਜ਼ੀਲੀ ਉਹਨਾਂ ਨੂੰ ਕਰੈਕ ਕਰ ਪਾਓਗੇ, ਠੀਕ ਹੈ। ਸੋ ਇੱਕ ਸਟੈਂਡਰਡ ਤੁਹਾਡਾ ਕ੍ਰੀਏਟ ਹੋ ਜਾਊਗਾ। ਉਸ ਤੋਂ ਫਰਦਰ ਤੁਸੀਂ ਐਡਵਾਂਸ ਪੜ੍ਹਨਾ ਚਾਹੁੰਦੇ ਹੋ ਤਾਂ ਸਾਡੇ ਜਿਹੜੇ ਕੋਰਸਿਸ ਹੈਗੇ ਆ ਉਹ ਅਸੀਂ ਲਾਂਚ ਕੀਤੇ ਹੋਏ, ਤੁਸੀਂ ਉਹ ਜੁਆਇਨ ਕਰ ਸਕਦੇ ਹੋ। ਪ੍ਰੋਪਰਲੀ ਤੁਹਾਨੂੰ ਡਿਟੇਲ ਵੇ ਦੇ ਵਿੱਚ ਚੀਜ਼ਾਂ ਨੂੰ ਸਮਝਾਇਆ ਹੋਇਆ ਹੈਗਾ, ਠੀਕ ਹੈ। ਸੋ ਅਗਰ ਤੁਸੀਂ ਉਹ ਕੋਰਸਿਸ ਜੁਆਇਨ ਕਰਦੇ ਹੋ, ਤੁਸੀਂ ਜਿੰਨੇ ਵੀ ਆਪਾਂ ਕੁਐਸਚਨ ਕਰ ਰਹੇ ਹਾਂ ਤੁਹਾਨੂੰ ਈਜ਼ੀਲੀ ਸੋਲਵ ਹੋਣਗੇ, ਭਾਵੇਂ ਕਿਤੇ ਦਾ ਵੀ ਕੁਐਸਚਨ ਹੋਵੇ ਤੁਸੀਂ ਈਜ਼ੀਲੀ ਉਹਨੂੰ ਕਰੈਕ ਕਰ ਪਾਓਗੇ, ਠੀਕ ਹੈ। ਸੋ ਹੁਣ ਆਪਾਂ ਅੱਗੇ ਮੂਵ ਕਰਦੇ ਹਾਂ, ਪੜ੍ਹਦੇ ਹਾਂ। ਵੈਨ ਡਿਡ ਸਾਈਮਨ ਕਮਿਸ਼ਨ ਵਿਜ਼ਿਟ ਇੰਡੀਆ? ਸੋ ਸਾਈਮਨ ਕਮਿਸ਼ਨ ਇੰਡੀਆ ਦੇ ਵਿੱਚ ਕਦੋਂ ਵਿਜ਼ਿਟ ਕਰਦਾ? ਤਾਂ ਆਪਣਾ ਆਨਸਰ ਆ ਜਾਊਗਾ 1928 ਦੇ ਵਿੱਚ ਸਾਈਮਨ ਕਮਿਸ਼ਨ ਇੰਡੀਆ ਦੇ ਵਿੱਚ ਵਿਜ਼ਿਟ ਕਰਦਾ। ਹੁਣ ਆਪਾਂ ਸਾਈਮਨ ਕਮਿਸ਼ਨ ਦੀ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਉਹਨਾਂ ਦਾ ਬੈਕਗਰਾਊਂਡ ਪੜ੍ਹ ਲੈਂਦੇ ਹਾਂ ਵੀ ਸਾਈਮਨ ਕਮਿਸ਼ਨ ਆਏ ਕਿਉਂ ਸੀ ਅਤੇ ਉਹਨਾਂ ਨੇ ਪ੍ਰੋਸੀਡ ਕਿਵੇਂ ਕੀਤਾ, ਠੀਕ ਹੈ ਜੀ। ਤਾਂ ਸਾਈਮਨ ਕਮਿਸ਼ਨ ਦੇ ਨਾਲ ਆਪਾਂ ਪੜ੍ਹੀਏ ਤਾਂ ਜਿਹੜੇ ਲੋਰਡ ਚੈਮਸਫੋਰਡ ਰਿਫਾਰਮ ਸੀਗੇ, 1919 ਦਾ ਐਕਟ ਸੀਗਾ, ਉਹ ਇੰਡੀਅਨ ਦੀ ਜਿਹੜੀ ਐਸਪੀਰੇਸ਼ਨਸ ਹੈ ਕੰਪਲੀਟ ਨਹੀਂ ਕਰ ਰਿਹਾ ਸੀਗਾ, ਠੀਕ ਹੈ। ਅਤੇ ਦੂਜੀ ਗੱਲ ਇਹ ਹੈਗਾ ਵੀ ਬ੍ਰਿਟਿਸ਼ ਗੌਰਮੈਂਟ ਨੂੰ ਵੀ ਉਹ ਐਕਟ ਨਹੀਂ ਸਹੀ ਲੱਗਿਆ ਸੀਗਾ, ਠੀਕ ਹੈ। ਕਿਉਂਕਿ ਉਹਦੇ ਡਿਆਰਕੀ ਸੀਗੀ, ਹੋਰ ਥੋੜ੍ਹੀ ਜਿਹੀ ਕੰਪਲੈਕਸ ਹੋ ਗਿਆ ਸੀਗਾ, ਠੀਕ ਹੈ। ਤਾਂ ਉਹਨਾਂ ਨੇ ਕੌਂਸਟੀਟਿਊਸ਼ਨ ਇੰਡੀਆ ਦਾ ਕੌਂਸਟੀਟਿਊਸ਼ਨ ਅਰੇਂਜਮੈਂਟ ਨੂੰ ਰਿਵਿਊ ਕਰਨ ਵਾਸਤੇ ਇੱਕ ਕਮਿਸ਼ਨ ਬਿਠਾਇਆ ਜਿਹਦਾ ਨਾਮ ਸੀਗਾ ਸਾਈਮਨ ਕਮਿਸ਼ਨ, ਠੀਕ ਹੈ। ਹੁਣ ਜਾਇਜ਼ ਤੌਰ 'ਤੇ ਵੇਖਿਆ ਜਾਵੇ ਤਾਂ ਵੀ ਜਿਹੜਾ ਅਗਰ ਇੰਡੀਆ ਦੇ ਕੌਂਸਟੀਟਿਊਸ਼ਨ ਨੂੰ ਰਿਵਿਊ ਕਰਨ ਵਾਸਤੇ ਕੋਈ ਵੀ ਕਮਿਸ਼ਨ ਬਣਾਇਆ ਗਿਆ ਤਾਂ ਉਹਦੇ ਵਿੱਚ ਇੰਡੀਅਨਸ ਤਾਂ ਹੋਣੇ ਹੀ ਚਾਹੀਦੇ, ਕਿਉਂਕਿ ਉਹੀ ਬੈਟਰ ਫੀਲ ਕਰ ਪਾਉਣਗੇ, ਬੈਟਰ ਰਿਵਿਊਜ਼ ਦੇ ਪਾਉਣਗੇ। ਜਿਵੇਂ ਕਿ ਹੁਣ ਆਪਾਂ ਵੇਖ ਸਕਦੇ ਹਾਂ ਫਾਰਮ ਬਿਲਸ ਬਣਾਏ ਗਏ ਪਰ ਗੌਰਮੈਂਟ ਦੇ ਨੁਮਾਇੰਦਿਆਂ ਨੇ ਬਣਾਤੇ, ਜਾਂ ਕਹਿ ਸਕਦੇ ਹਾਂ ਵੀ ਕਿਸਾਨਾਂ ਨੂੰ ਲਿਆ ਹੀ ਨਹੀਂ ਗਿਆ ਉਹਦੇ ਵਿੱਚ, ਠੀਕ ਹੈ। ਹੁਣ ਤਾਂ ਆਪਾਂ ਡਿਮਾਂਡ ਕਰ ਰਹੇ ਹਾਂ ਕਿਸਾਨਾਂ ਨੂੰ ਕਿਉਂ ਨਹੀਂ ਲਿਆ। ਉਸੇ ਤਰ੍ਹਾਂ ਹੀ ਸਾਈਮਨ ਕਮਿਸ਼ਨ ਜਦੋਂ ਇੰਡੀਆ ਦੇ ਕੌਂਸਟੀਟਿਊਸ਼ਨ ਨੂੰ ਰਿਵਿਊ ਕਰਨ ਲਈ ਆਇਆ ਤਾਂ ਇੰਡੀਆ ਦੇ ਜਿਹੜੇ ਪਰਸਨ ਹੈਗੇ ਉਹਨਾਂ ਨੂੰ ਕਿਉਂ ਨਹੀਂ ਲਿਆ ਗਿਆ, ਠੀਕ ਹੈ। ਸੋ ਇਹ ਬਹੁਤ ਇੰਪੋਰਟੈਂਟ ਚੀਜ਼ ਹੈਗੀ ਆ। ਸੋ ਇਹਦੇ ਕਰਕੇ ਮੇਜਰ ਵਿਦਰੋਹ ਉੱਭਰ ਕੇ ਸਾਹਮਣੇ ਆਇਆ ਵੀ ਅਗਰ ਇੰਡੀਆ ਦੇ ਕੌਂਸਟੀਟਿਊਸ਼ਨ ਨੂੰ ਰਿਵਿਊ ਕਰਨਾ ਚਾਹੁੰਦੇ ਹੋ ਤਾਂ ਇੰਡੀਅਨਸ ਨੂੰ ਤਾਂ ਲੈਣਾ ਚਾਹੀਦਾ ਐਟਲੀਸਟ। ਪਰ ਜਿਹੜੇ ਤੋਂ ਲੋਰਡ ਇਰਵਿਨ ਸੀਗੇ ਉਸ ਟਾਈਮ 'ਤੇ ਤਾਂ ਉਹਨਾਂ ਨੇ ਮਨਾ ਕਰਤਾ ਸੀ ਇੰਡੀਅਨਸ ਨੂੰ ਲੈਣ ਲਈ, ਤਾਂ ਉਹ ਕੈਪੇਬਲ ਨਹੀਂ ਮੰਨਦੇ ਸੀ ਇੰਡੀਅਨ ਨੂੰ ਵਾਸਤੇ। ਤਾਂ ਇਸੇ ਕਰਕੇ ਸਾਈਮਨ ਕਮਿਸ਼ਨ ਦਾ ਬਹੁਤ ਜ਼ਿਆਦਾ ਵਿਰੋਧ ਹੋਇਆ। ਤਾਂ ਹੁਣ ਤੁਹਾਨੂੰ ਸਮਝ ਆ ਗਿਆ ਹੋਊਗਾ ਵੀ ਸਾਈਮਨ ਕਮਿਸ਼ਨ ਕੀ ਸੀਗਾ। ਸੋ ਆਪਾਂ ਵੇਗ ਟਰਮਸ ਦੇ ਵਿੱਚ ਆਪਾਂ ਕਈ ਵਾਰੀ ਪੜ੍ਹ ਲੈਂਦੇ ਹੁੰਦੇ ਹਾਂ ਸਾਈਮਨ ਕਮਿਸ਼ਨ ਬਾਰੇ। ਸਾਈਮਨ ਕਮਿਸ਼ਨ ਅਪਾਇੰਟ ਕਦੋਂ ਹੋਇਆ ਸੀਗਾ? 1927 ਦੇ ਵਿੱਚ, ਠੀਕ ਹੈ ਜੀ। ਤਾਂ ਇੰਡੀਆ ਦੇ ਵਿੱਚ ਕਦੋਂ ਆਇਆ ਸੀਗਾ? 1928 ਈਸਵੀ ਦੇ ਵਿੱਚ। ਤਾਂ ਇਹ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ ਹੈ ਗੱਲ, ਠੀਕ ਹੈ। ਸੋ ਆਪਣਾ ਨੈਕਸਟ ਕੁਐਸਚਨ ਹੈਗਾ ਦ ਪੀਪਲ ਆਫ ਇੰਡੀਆ ਐਜੀਟੇਟਿਡ ਅਗੇਂਸਟ ਦਾ ਅਰਾਈਵਲ ਆਫ ਦਾ ਸਾਈਮਨ ਕਮਿਸ਼ਨ ਬਿਕੋਜ਼ ਦੇਰ ਵਾਜ਼ ਨੋ ਇੰਡੀਅਨ ਮੈਂਬਰ ਇਨ ਦਾ ਸਾਈਮਨ ਕਮਿਸ਼ਨ। ਸੋ ਇਹ ਚੀਜ਼ ਤਾਂ ਮੈਂ ਤੁਹਾਨੂੰ ਆਲਰੇਡੀ ਵੀ ਸਮਝਾ ਚੁੱਕਿਆ ਵੀ ਸਾਈਮਨ ਕਮਿਸ਼ਨ ਦੇ ਵਿੱਚ ਇੱਕ ਵੀ ਪਰਸਨ ਹੈ ਜਾਂ ਨਹੀਂ ਸੀਗਾ ਜੋ ਇੰਡੀਅਨ ਸੀਗਾ, ਠੀਕ ਹੈ। ਸਾਰੇ ਦੇ ਸਾਰੇ ਇਹਨੂੰ ਵਾਈਟ ਕਮਿਸ਼ਨ ਵੀ ਕਿਹਾ ਜਾਂਦਾ ਹੈ। ਤਾਂ ਕਰਕੇ ਜ਼ਿਆਦਾ ਤੋਂ ਜ਼ਿਆਦਾ ਐਜੀਟੇਸ਼ਨ ਹੋ ਰਹੇ ਸੀਗੇ। ਸਾਈਮਨ ਕਮਿਸ਼ਨ ਨੇ ਹੀ ਆਪਣੀ ਜਿਹੜੀ ਮੂਵਮੈਂਟ ਡੈਡ ਹੋ ਗਈ ਸੀ ਡਿਊਰਿੰਗ ਦੀ ਨੋਨ ਕਾਰਪੋਰੇਸ਼ਨ ਮੂਵਮੈਂਟ, ਤਾਂ ਇੱਕ ਮੂਵਮੈਂਟ ਨੂੰ ਨਵੀਂ ਐਨਰਜੀ ਦਿੱਤੀ, ਟ੍ਰਿਗਰ ਕੀਤਾ ਦੁਬਾਰਾ ਨੈਸ਼ਨਲ ਮੂਵਮੈਂਟ ਨੂੰ, ਠੀਕ ਹੈ। ਸੋ ਬਹੁਤ ਵੱਡਾ ਰੋਲ ਪਲੇ ਕੀਤਾ ਸਾਈਮਨ ਕਮਿਸ਼ਨ ਨੇ ਆਪਣੀ ਇੰਡੀਪੈਂਡੈਂਸ ਦੇ ਵਿੱਚ, ਆਪਣੀ ਫਰੀਡਮ ਮੂਵਮੈਂਟ ਦੇ ਵਿੱਚ, ਠੀਕ ਹੈ। ਸੋ ਜਦੋਂ ਤੁਸੀਂ ਆਪਾਂ ਕੋਰਸਿਸ ਪੜ੍ਹਾਂਗੇ ਤਾਂ ਤੁਹਾਨੂੰ ਬਹੁਤ ਹੀ ਡਿਟੇਲ ਵੇ ਦੇ ਵਿੱਚ ਚੀਜ਼ਾਂ ਸਮਝਾਈਆਂ। ਹੁਣ ਵੀ ਆਪਾਂ ਜਿੰਨੀ ਕੋਸ਼ਿਸ਼ ਹੋ ਰਹੀ ਹੈ ਆਪਾਂ ਕਰਾ ਰਹੇ ਹਾਂ ਤੁਹਾਨੂੰ, ਠੀਕ ਹੈ। ਸੋ ਅੱਜ ਲਈ ਆਪਾਂ ਇੰਨਾ ਹੀ ਕਰਾਂਗੇ। ਸਾਈਮਨ ਕਮਿਸ਼ਨ ਕੱਲ੍ਹ ਨੂੰ ਕੰਟੀਨਿਊ ਕਰਾਂਗੇ। ਉਸ ਤੋਂ ਬਾਅਦ ਆਪਾਂ ਸਿਵਲ ਡਿਸਓਬੀਡੀਐਂਸ ਮੂਵਮੈਂਟ 'ਤੇ ਚੱਲਾਂਗੇ ਅਤੇ ਹੌਲੀ ਹੌਲੀ ਆਪਾਂ ਇੱਦਾਂ ਹੀ ਫਰਦਰ ਅੱਗੇ ਮੂਵ ਕਰਦੇ ਚੱਲਾਂਗੇ, ਠੀਕ ਹੈ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਲੈਕਚਰ ਅਤੇ ਆਪਣੇ ਕਮੈਂਟ ਸੈਕਸ਼ਨ ਜ਼ਰੂਰ ਦੱਸਿਓ ਵੀ ਤੁਹਾਨੂੰ ਲੈਕਚਰਸ ਕਿੱਦਾਂ ਦੇ ਲੱਗ ਰਹੇ ਆ। ਸੋ ਥੈਂਕ ਯੂ ਸੋ ਮਚ।